ਪੰਜਾਬੀ ਮਾਂ ਬੋਲੀ ਭੁੱਬਾਂ ਮਾਰਦੀ ਹੈ। ਅੱਜ ਜਿਸ ਮਾਂ ਦਾ ਇੱਕ ਬੜਾ ਲਿਆਕਤ ਵਾਲਾ ਬੜਾ ਸੇਵਾਦਾਰ ਪੁੱਤ ਇਸ ਦੁਨੀਆ ਤੋਂ ਜਾਵੇ, ਕਿਉਂ ਨਹੀਂ ਭੁੱਬਾਂ ਮਾਰੇ। ਪੰਜਾਬੀ ਮਾਂ ਬੋਲੀ ਦੀ ਜਿੰਨੀ ਕੁ ਸੇਵਾ ਦੇਵ ਸਾਹਿਬ ਨੇ ਕੀਤੀ ਹੈ, ਸ਼ਾਇਦ ਹੀ ਮੇਰੀ ਨਜ਼ਰ 'ਚ ਨਹੀਂ ਕੋਈ ਹੋਰ ਬੰਦਾ ਜਿਹਨੇ ਇੰਨੀ ਸੇਵਾ ਕੀਤੀ ਹੋਵੇ। 60 ਸਾਲ ਹੋ ਗਏ 61 ਤੋਂ ਲੈ ਕੇ 1961 ਤੋਂ ਲੈ ਕੇ ਉਹਨਾਂ ਦੇ ਗੀਤ ਰਿਕਾਰਡ ਹੁੰਦੇ ਸ਼ੁਰੂ ਹੋ ਰਹੇ ਨੇ। ਉਦੋਂ ਤੋਂ ਲੈ ਕੇ 60-62 ਸਾਲ ਹੋ ਗਏ ਅੱਜ ਤੱਕ ਉਹਨਾਂ ਦੇ ਗੀਤ ਉਸੇ ਫਿਜ਼ਾ 'ਚ ਗੂੰਜਦੇ ਨੇ, ਉਸੇ ਫਿਜ਼ਾ 'ਚ ਗੂੰਜਦੇ ਰਹਿਣਗੇ। ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ ਦੇਵ ਸਾਹਿਬ ਦੇ ਗੀਤਾਂ ਨੂੰ। ਦੇਵ ਸਾਹਿਬ ਨੇ ਦੁਗਾਣੇ ਲਿਖੇ ਆ, ਦੇਵ ਸਾਹਿਬ ਨੇ ਕਲੀਆਂ ਲਿਖੀਆਂ, ਵਾਰਾਂ ਲਿਖੀਆਂ, ਉਪੇਰੇ ਲਿਖੇ, ਧਾਰਮਿਕ ਲਿਖਿਆ। ਦੇਵ ਸਾਹਿਬ ਨੇ ਕੋਈ ਵਿਸ਼ਾ ਛੱਡਿਆ ਹੀ ਨਹੀਂ। सो इस वक्त साडे नाल मौजूद ने लोक प्रसिद्ध गायक बिट्टू खन्नेवाला जी और सब तो पहले स्वागत है सर तुहाडा। ਧੰਨਵਾਦ ਜੀ। ਅੱਜ ਬੜੇ ਭਰੇ ਮਨ ਨਾਲ ਪਿੰਡ ਤਰੀਕੇ ਵਾਲੇ ਦੇ ਵਿੱਚ ਆਏ ਹੋਏ ਆ, ਕਿਉਂਕਿ ਸਾਡੇ ਮਹਾਨ ਸ਼ਾਇਰ ਉਸਤਾਦ ਲੋਕ ਦੇਵ ਸਾਹਿਬ ਦਾ ਅੱਜ ਭੋਗ ਦੇ ਉੱਤੇ ਆਏ ਆ। ਤੁਹਾਡਾ ਧੰਨਵਾਦ ਹੈ, ਤੁਸੀਂ ਸਾਰਾ ਇੱਥੋਂ ਦਾ ਜਿਹੜਾ ਮਾਹੌਲ ਹੈ ਉਹਨੂੰ ਦੁਨੀਆ ਵਿੱਚ ਦਿਖਾ ਰਹੇ ਹੋ। ਸਰ ਗੱਲ ਕਰੀਏ ਗਾਇਕੀ ਦੀ, ਗੱਲ ਕਰੀਏ ਲੇਖਣੀ ਦੀ, ਗੱਲ ਕਰੀਏ ਸਟੇਜ ਦੀ, ਡੂਇਟ ਦੌਰ ਦੀ, ਜਿਹੜਾ ਕਿ ਤੁਸੀਂ ਆਪਣੇ ਟਾਈਮ ਤੇ ਹੈ ਨਾ ਇੱਕ ਬਹੁਤ ਹਾਈਪ ਕ੍ਰੀਏਟ ਕੀਤੀ ਹੈ। ਡੂਇਟ ਗਾਣਿਆਂ ਦੀ ਗੱਲ ਕਰੀਏ ਜਾਂ ਫਿਰ ਇੱਕ ਸਟੇਜ ਅਖਾੜਿਆਂ ਦੀ ਗੱਲ ਕਰੀਏ, ਲੇਕਿਨ ਉਹ ਦੌਰ ਕਿਤੇ ਨਾ ਕਿਤੇ ਪਿੱਛੇ ਰਹਿੰਦਾ ਗਿਆ। ਅੱਜ ਤੇ ਇੱਕ ਹੋਰ ਯੁੱਗ ਦਾ ਅੰਤ ਹੋ ਗਿਆ ਹੈ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਜਦੋਂ ਯੁੱਗ ਦਾ ਅੰਤ ਹੁੰਦਾ ਹੈ ਤੇ ਉਸ ਤੋਂ ਬਾਅਦ ਇੱਕ ਵੱਡਾ ਬਦਲਾਅ ਵੇਖਿਆ ਜਾਂਦਾ ਹੈ, ਔਰ ਇਹੋ ਜਿਹੇ ਲੇਖਕ ਮਤਲਬ ਕਿ ਹਰ ਇੱਕ ਦਾ ਮੰਨਣਾ ਇਹ ਹੈ ਕਿ ਸ਼ਾਇਦ ਦੁਬਾਰਾ ਕਦੇ ਇਸ ਦੁਨੀਆ ਦੇ ਵਿੱਚ ਮਤਲਬ ਇਸ ਬਰਾਬਰੀ ਦਾ ਆ ਹੀ ਨਹੀਂ ਪਾਏਗਾ। ਪੰਜਾਬੀ ਮਾਂ ਬੋਲੀ ਭੁੱਬਾਂ ਮਾਰਦੀ ਹੈ। ਅੱਜ ਜਿਸ ਮਾਂ ਦਾ ਇੱਕ ਬੜਾ ਲਿਆਕਤ ਵਾਲਾ ਬੜਾ ਸੇਵਾਦਾਰ ਪੁੱਤ ਇਸ ਦੁਨੀਆ ਤੋਂ ਜਾਵੇ, ਕਿਉਂ ਨਹੀਂ ਭੁੱਬਾਂ ਮਾਰੇ। ਪੰਜਾਬੀ ਮਾਂ ਬੋਲੀ ਦੀ ਜਿੰਨੀ ਕੁ ਸੇਵਾ ਦੇਵ ਸਾਹਿਬ ਨੇ ਕੀਤੀ ਹੈ, ਸ਼ਾਇਦ ਹੀ ਮੇਰੀ ਨਜ਼ਰ 'ਚ ਨਹੀਂ ਕੋਈ ਹੋਰ ਬੰਦਾ ਜਿਹਨੇ ਇੰਨੀ ਸੇਵਾ ਕੀਤੀ ਹੋਵੇ। 60 ਸਾਲ ਹੋ ਗਏ 61 ਤੋਂ ਲੈ ਕੇ 1961 ਤੋਂ ਲੈ ਕੇ ਉਹਨਾਂ ਦੇ ਗੀਤ ਰਿਕਾਰਡ ਹੁੰਦੇ ਸ਼ੁਰੂ ਹੋ ਰਹੇ ਨੇ। ਉਦੋਂ ਤੋਂ ਲੈ ਕੇ 60-62 ਸਾਲ ਹੋ ਗਏ ਅੱਜ ਤੱਕ ਉਹਨਾਂ ਦੇ ਗੀਤ ਉਸੇ ਫਿਜ਼ਾ 'ਚ ਗੂੰਜਦੇ ਨੇ, ਉਸੇ ਫਿਜ਼ਾ 'ਚ ਗੂੰਜਦੇ ਰਹਿਣਗੇ। ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ ਦੇਵ ਸਾਹਿਬ ਦੇ ਗੀਤਾਂ ਨੂੰ। ਦੇਵ ਸਾਹਿਬ ਨੇ ਦੁਗਾਣੇ ਲਿਖੇ ਆ, ਦੇਵ ਸਾਹਿਬ ਨੇ ਕਲੀਆਂ ਲਿਖੀਆਂ, ਵਾਰਾਂ ਲਿਖੀਆਂ, ਉਪੇਰੇ ਲਿਖੇ, ਧਾਰਮਿਕ ਲਿਖਿਆ। ਦੇਵ ਸਾਹਿਬ ਨੇ ਕੋਈ ਵਿਸ਼ਾ ਛੱਡਿਆ ਹੀ ਨਹੀਂ। ਉਹਨਾਂ ਨੇ, ਮੈਂ ਕਹਿੰਦਾ ਕੋਈ ਵਿਸ਼ਾ ਸਾਨੂੰ ਨਹੀਂ ਨਜ਼ਰ ਆਉਂਦਾ ਲਿਖਣ ਲਈ ਜੋ ਕੁਝ ਉਹਨਾਂ ਨੇ ਛੱਡਿਆ ਹੋਵੇ। ਬਹੁਤ ਕੁਝ ਲਿਖਿਆ, ਪਰ ਅਫਸੋਸ, ਮੈਨੂੰ ਇੱਕ ਗੱਲ ਦਾ ਬੜਾ ਅਫਸੋਸ ਹੈ, ਅਸੀਂ ਗਾਇਕ ਜਿੰਨੇ ਵੀ ਹਾਂ, ਗੀਤਕਾਰ ਜਿੰਨੇ ਵੀ ਹਾਂ, ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਤਾਂ ਕਹਾਉਂਦੇ ਹਾਂ ਅਸੀਂ ਆਪਣੇ ਆਪ 'ਚ। ਅਸੀਂ ਕਹਿੰਦੇ ਹਾਂ ਅਸੀਂ ਪੰਜਾਬੀ ਮਾਂ ਬੋਲੀ ਦੀ ਬੜੀ ਸੇਵਾ ਕਰਦੇ ਹਾਂ, ਪਰ ਮੈਂ ਸਮਝਦਾ ਸਾਡੀਆਂ ਸਰਕਾਰਾਂ ਦੀ ਲਾਹਨਤ ਹੈ। ਸਾਡੀਆਂ ਸਰਕਾਰਾਂ ਨੂੰ ਇਸ ਪਿਛਲੇ ਦੌਰ ਦੇ ਵਿੱਚ ਕਿੱਡੇ ਮਹਾਨ ਫਨਕਾਰ ਇੱਥੋਂ ਚੁੱਪ ਚਪੀਤੇ ਜਾ ਰਹੇ ਨੇ। ਅੱਜ ਦੇਵ ਸਾਹਿਬ ਦਾ ਭੋਗ ਹੈ, ਮੈਨੂੰ ਸਰਕਾਰ ਕਿਤੇ ਦੱਸ ਸਕਦੀ ਹੈ? ਲਾਹਨਤ ਹੈ ਇਹੋ ਜਿਹੇ ਕੋਡ ਆਫ ਕੰਡਕਟ ਦੇ। ਕੋਈ ਸਰਕਾਰ ਵੱਲੋਂ ਕੁਝ ਵੀ ਕੋਈ DC ਆਇਆ ਹੋਵੇ, ਕੁਝ ਅਨਾਉਂਸਮੈਂਟ ਹੋਵੇ, ਕਦੇ ਅਸੀਂ ਚੁੱਪ ਕਰਕੇ ਸਾਡੇ ਐਡੇ ਫਨਕਾਰ ਚੁੱਪ ਚਪੀਤੇ ਤੁਰੇ ਜਾ ਰਹੇ ਨੇ। ਲਾਹਨਤ ਹੈ ਸਾਡੀਆਂ ਸਰਕਾਰਾਂ ਦੇ। ਮੈਂ ਬਹੁਤ ਵਾਰ ਪਿੱਟਦਾ ਕਿ ਕਿਤੇ ਸਾਡਾ ਇਕੱਠ ਹੋਵੇ, ਸਾਡੇ ਕਲਾਕਾਰਾਂ ਦਾ ਇਕੱਠ ਹੋਵੇ। ਮੈਂ ਬਹੁਤ ਵੱਡਾ ਬੀੜਾ ਚੁੱਕਿਆ ਕਲਾਕਾਰਾਂ ਲਈ ਔਰ ਸਦਾ ਬੋਲਦਾ ਰਹੂੰਗਾ। ਹੁਣ ਵੀ ਮੇਰੀ ਇਹ ਬੇਨਤੀ ਹੈ, ਜਿੰਨੀਆਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ, ਸ਼ਰਮ ਕਰੋ। ਘੱਟੋ ਘੱਟ ਆਪਣੇ ਮੈਨੀਫੈਸਟੋ ਦੇ ਵਿੱਚ ਪਾਓ ਕਿ ਪੰਜਾਬੀ ਮਾਂ ਬੋਲੀ ਦੇ ਸੇਵਾਦਾਰਾਂ ਦਾ, ਇਹਨਾਂ ਗੀਤਕਾਰਾਂ ਦਾ, ਇਹਨਾਂ ਦਾ ਸ਼ਾਇਰਾਂ ਦਾ, ਇਹਨਾਂ ਕਵੀਆਂ ਦਾ, ਇਹਨਾਂ ਫਨਕਾਰਾਂ ਦਾ, ਇਹਨਾਂ ਗਾਇਕਾਂ ਦਾ, ਇਹਨਾਂ ਸਜੰਦਿਆਂ ਦਾ ਅਸੀਂ ਕੋਈ ਨਾ ਕੋਈ ਇੱਕ ਕ੍ਰਾਈਟੇਰੀਆ ਸੈੱਟ ਕਰੀਏ। ਇਹਨਾਂ ਨੂੰ ਵੀ ਕੋਈ ਨਾ ਕੋਈ ਇੱਕ ਅਸੀਂ ਮੰਨ ਲਓ ਵੀ ਜਿਵੇਂ ਸਪੋਰਟਸ ਕੈਟਾਗਰੀ ਹੈ, ਕੋਈ ਕੈਟਾਗਰੀ ਬਣਾਈਏ। ਇੱਕ ਸਪੋਰਟਸ ਵਾਲਾ ਬੱਚਾ ਹੈ, ਉਹ ਸਪੋਰਟਸ ਕਰਨੀ ਸ਼ੁਰੂ ਕਰਦਾ ਜਾਂ ਕੋਈ ਮੈਡਲ ਲੈ ਕੇ ਆਉਂਦਾ, ਉਹ ਪਤਾ ਨਹੀਂ ਕਿੰਨੀਆਂ ਸਰਕਾਰਾਂ ਉਹਨਾਂ ਨੂੰ ਕਿਤੇ ਨੌਕਰੀਆਂ ਕੀ ਕੁਛ ਦਿੰਦੇ ਨੇ। ਆ ਸਾਡੇ ਗੀਤਕਾਰ ਜਿਨ੍ਹਾਂ ਨੂੰ 60 ਸਾਲ ਹੋ ਗਏ, ਕਿੰਨੀਆਂ ਪੀੜ੍ਹੀਆਂ ਨੇ ਸੁਣਿਆ, ਕਿੰਨੀਆਂ ਪੀੜ੍ਹੀਆਂ ਨੇ ਸੁਣਨਾ, ਕਿੰਨੀਆਂ ਪੀੜ੍ਹੀਆਂ ਨੇ ਅੱਗੇ ਇਹਨਾਂ ਗੀਤਾਂ ਨੂੰ ਮੰਨਣਾ। ਮੈਂ ਸਮਝਦਾ ਪੰਜਾਬ ਦਾ ਕੋਈ ਬਨੇਰਾ ਤਾਂ ਹੋਵੇ, ਪੰਜਾਬ ਦਾ ਕੋਈ ਘਰ ਤਾਂ ਹੋਵੇ ਜਿਸ ਘਰ ਦੇ ਉੱਤੇ ਸਪੀਕਰ ਲੱਗ ਕੇ ਦੇਵ ਸਾਹਿਬ ਨਾਮ ਵੱਜੇ ਹੋਣ। ਕੋਈ ਦੁਨੀਆ ਦਾ ਇੱਕ ਕੋਨਾ ਹੋਵੇ ਜਿੱਥੇ ਪੰਜਾਬੀ ਰਹਿੰਦਾ ਹੋਵੇ ਤੇ ਉੱਥੇ ਦੇਵ ਸਾਹਿਬ ਦੇ ਗੀਤ ਨਾ ਗੂੰਜੇ ਹੋਣ। ਇਹ ਸਾਡੀ ਸਰਕਾਰਾਂ ਨੂੰ ਲਾਹਨਤ ਪਾਉਣੀ ਚਾਹੁੰਦਾ ਮੈਂ ਕਹਿੰਦਾ ਲਾਹਨਤ ਹੈ ਇਹਨਾਂ ਨੂੰ। ਇੰਨੀ ਵਾਰ ਕਹਿ ਰਿਹਾ ਕਿ ਅੱਜ ਤੱਕ ਕਿਸੇ ਗੀਤਕਾਰ ਦੀ, ਕਿਸੇ ਗਾਇਕ ਦੀ, ਕਿਸੇ ਕਵੀ ਦੀ ਇਹਨਾਂ ਨੇ ਕਦੇ ਸੁਣੀ ਨਹੀਂ। ਸਾਡੇ ਬੜੇ ਮਹਾਨ ਫਨਕਾਰ ਇੱਥੋਂ ਚੁੱਪਚਾਪ ਇਸ ਤਰ੍ਹਾਂ ਚਲੇ ਜਾਂਦੇ ਨੇ। ਅਸੀਂ ਭੋਗਾਂ ਤੇ ਆਉਂਦੇ ਹਾਂ, ਅਸੀਂ ਵਿਲਕ ਕੇ ਘਰ ਚਲੇ ਜਾਂਦੇ ਹਾਂ।
ਪਤਾ ਨਹੀਂ ਕਦੋਂ ਇਹ ਸਾਡੀ ਲੋਕ ਸੁਣਨਗੇ, ਕਦੋਂ ਇਹ ਕਰਨਗੇ। ਮੇਰੀ ਹੁਣ ਵੀ ਬੇਨਤੀ ਹੈ ਸਾਰੀਆਂ ਪਾਰਟੀਆਂ ਨੂੰ, ਸਿਆਸੀ ਪਾਰਟੀਆਂ ਨੂੰ, ਘੱਟੋ ਘੱਟ ਆਪਣੇ ਮੈਨੀਫੈਸਟੋਆਂ ਦੇ ਵਿੱਚ ਸਾਡੇ ਲਈ ਵੀ ਕੁਝ ਪਾ ਲਓ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਗੀਤਕਾਰਾਂ ਲਈ, ਗਾਇਕਾਂ ਲਈ, ਸਜਿੰਦਿਆਂ ਲਈ, ਸੱਭਿਆਚਾਰ ਦੀ ਸੇਵਾ ਕਰਨ ਵਾਲੇ ਇਹਨਾਂ ਲੋਕਾਂ ਲਈ ਕੁਝ ਕਰਾਂਗੇ। ਜੀ, ਤੁਹਾਡਾ ਦਰਦ ਬਿਲਕੁਲ ਸਮਝਣਯੋਗ ਹੈ, ਲੇਕਿਨ ਜੇ ਬਾਪੂ ਜੀ ਦੀ ਆਪਾਂ ਗੱਲ ਕਰੀਏ ਹੈ ਨਾ, ਬਾਪੂ ਜੀ ਨਵੇਂ ਤੋਂ ਨਵੇਂ ਕਲਾਕਾਰ ਨੂੰ ਵੀ ਗੀਤ ਦੇਣ ਲੱਗੇ, ਮਾੜਾ ਜਿਹਾ ਵੀ ਹੈਜ਼ਿਟੇਟ ਨਹੀਂ ਕਰਦੇ ਸੀ। ਵੀ ਕੋਈ ਕਹਿੰਦਾ ਸੀ ਬਾਪੂ ਜੀ ਗੀਤ ਚਾਹੀਦਾ, ਕਹਿੰਦੇ ਸੀ ਚੱਕ ਕੇ ਲੈ ਜਾ। ਉਸ ਦੌਰ ਦੇ ਵਿੱਚ ਜਦੋਂ ਤੁਹਾਡੀ ਮੁਲਾਕਾਤ ਇਹਨਾਂ ਨਾਲ ਹੋਈ ਸੀ, ਜਦੋਂ ਤੁਸੀਂ ਇਹਨਾਂ ਨਾਲ ਇੱਕ ਸਮਾਂ ਬਿਤਾਇਆ, ਤੇ ਅੱਜ ਜਦੋਂ ਤੁਸੀਂ ਵੇਖਦੇ ਹੋ ਕਲਾਕਾਰਾਂ ਦੀ, ਜੇ ਆਪਾਂ ਗੱਲ ਕਰੀਏ, ਇੰਡਸਟਰੀ ਦੀ ਗੱਲ ਕਰੀਏ, ਤੁਸੀਂ ਕਿੰਨਾ ਕੁ ਫਰਕ ਦੇਖਦੇ ਹੋ ਔਰ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਦਾ, ਤੁਹਾਡਾ ਕੀ ਨਜ਼ਰੀਆ ਹੈ? ਫਰਕ ਤਾਂ ਦੌਰ ਜੋ ਪਹਿਲਾਂ ਸੀਗਾ, ਦੌਰ ਦਿਨੋਂ ਦਿਨ ਚੇਂਜ ਹੁੰਦਾ ਰਹਿਣਾ, ਹੁੰਦਾ ਰਹੂਗਾ। ਮੇਰੀ ਜਿੱਥੋਂ ਤੱਕ ਮੁਲਾਕਾਤ ਦੀ ਗੱਲ ਹੈ, ਮੈਂ ਮੁਲਾਕਾਤ ਬਹੁਤ ਜ਼ਿਆਦਾ ਕੀਤੀ ਹੈ ਦੇਵ ਸਾਹਿਬ ਨਾਲ। ਉਸਤਾਦ ਲੋਕ ਸੀਗੇ, ਕਿਉਂਕਿ ਮੇਰਾ ਤਾਂ ਮੰਨਣਾ ਹੈ, ਤੁਸੀਂ ਜਿਹੜੀ ਇੱਕ ਸਵਾਲ ਕੀਤਾ ਕਿ ਨਵੇਂ ਗੀਤਕਾਰਾਂ ਨੂੰ ਜਾਂ ਨਵੇਂ ਗਾਇਕਾਂ ਨੂੰ ਉਹ ਕਿਵੇਂ ਦੇਖ, ਉਹਨਾਂ ਦੀ ਨਿਗਾਹ 'ਚ ਕੋਈ ਫਰਕ ਨਹੀਂ। ਦੇਵ ਤਰੀਕੇਵਾਲਾ ਸਾਹਿਬ ਇੱਕ ਬਹੁਤ ਵੱਡੀ ਯੂਨੀਵਰਸਿਟੀ ਸੀਗੀ, ਬਹੁਤ ਵੱਡੀ ਇੱਕ ਸੰਸਥਾ ਸੀ। ਜਦੋਂ ਕਿਸੇ ਯੂਨੀਵਰਸਿਟੀ, ਸਕੂਲ, ਕਾਲਜ ਦੇ ਵਿੱਚ ਕੋਈ ਵੀ ਬੱਚਾ ਆਉਂਦਾ, ਭਾਵੇਂ ਉਹ ਪੜ੍ਹਿਆ ਹੋਇਆ, ਭਾਵੇਂ ਨਹੀਂ ਪੜ੍ਹਿਆ, ਭਾਵੇਂ ਕਿੰਨਾ ਹੀ ਹੈ, ਉਹਨੂੰ ਹਿੱਕ ਨਾਲ ਲਾਉਂਦਾ। ਦੇਵ ਸਾਹਿਬ ਦਾ ਵੀ ਐਵੇਂ ਦਾ ਹੀ ਹਿਰਦਾ ਸੀਗਾ ਕਿ ਹਰ ਇੱਕ ਨੂੰ, ਪਰ ਜਿਹਦੀ ਬਾਂਹ ਫੜ ਲਈ ਦੇਵ ਸਾਹਿਬ ਨੇ, ਉਹਨੂੰ ਸਟਾਰ ਬਣਾਇਆ, ਉਹਨੂੰ ਸਟਾਰ ਬਣਾਇਆ। ਪਿਛਲੀ 29 ਦਸੰਬਰ ਨੂੰ ਮੈਂ ਘੱਟੋ ਘੱਟ ਵੀ 3 ਘੰਟੇ ਬੈਠਾ ਰਿਹਾ ਦੇਵ ਸਾਹਿਬ ਕੋਲ, ਸਪੈਸ਼ਲ ਮਿਲਣ ਆਏ। ਜਿਵੇਂ ਤੁਹਾਨੂੰ ਦਲੇਰ ਜੀ ਦੱਸ ਕੇ ਗਏ ਨੇ, ਸਾਡੀ ਰੂਹ ਕਰਦੀ ਹੁੰਦੀ ਸੀ ਕਦੇ ਗੱਲਾਂ ਕਰਨ ਨੂੰ ਦੇਵ ਸਾਹਿਬ ਦੀਆਂ। ਪਰ ਉਦੋਂ ਜੋ ਮੈਂ ਦੇਖਿਆ ਉਹਨਾਂ ਦਾ, ਮੈਂ ਸੀਨ ਉਹ ਦੱਸ ਨਹੀਂ ਸਕਦਾ। ਮੈਂ ਕਹਿਣਾ ਚਾਹੁੰਦਾ, ਸਾਡੇ ਜਿਹੜੇ ਗੀਤਕਾਰ ਨੇ, ਸਾਡੇ ਖਾਸ ਕਰਕੇ ਸ਼ਾਇਰ ਨੇ, ਸ਼ਾਇਰ ਜਾਂ ਸੁਪਰਸਟਾਰ ਬਣਦਾ ਜਾਂ ਸ਼ਾਇਰ ਸੁਸਾਈਡ ਕਰਦਾ, ਪਰ ਦੇਵ ਸਾਹਿਬ ਦਾ ਅਖੀਰਲਾ ਸਮਾਂ ਜੋ ਮੈਂ ਉਹਨਾਂ ਦਾ ਕਲੱਪਣ ਦੇਖ ਕੇ ਗਿਆ, ਇਕੱਲਾਪਣ ਸੀ, ਉਹ ਮੈਨੂੰ ਕਿਤੇ ਨਾ ਕਿਤੇ ਟੁੰਬਦਾ, ਮੈਨੂੰ ਚੁੱਭਦਾ। ਉਹਨਾਂ ਦੀ ਜਿਹੜੀ ਕੱਲੀ ਮੰਜੀ ਸੀ ਘਰ ਦੇ ਵਿੱਚ, ਉਹ ਮੈਨੂੰ ਕਿਤੇ ਨਾ ਕਿਤੇ ਸਤਾ ਰਹੀ ਹੈ। ਕੱਲ੍ਹ ਨੂੰ 29 ਤਰੀਕ ਹੈ, ਅਜੇ ਮਹੀਨਾ ਮੈਨੂੰ ਹੋਇਆ ਨਹੀਂ ਆਏ ਨੂੰ, 1 ਮਹੀਨੇ ਤੋਂ 25 ਦਿਨਾਂ ਬਾਅਦ, ਉਹ 22 ਦਿਨਾਂ ਬਾਅਦ ਚਲੇ ਗਏ ਸਾਡੇ ਮਿਲਣ ਤੋਂ ਬਾਅਦ। ਪਰ ਉਦੋਂ ਉਹਨਾਂ ਨੇ ਕਹਿਤਾ ਸੀ ਸ਼ਾਇਦ ਇਹ ਆਪਣੀ ਆਖਰੀ ਮੁਲਾਕਾਤ ਹੈ। ਬੇਸਿਕਲੀ ਮੈਂ ਹਰਿਆਣੇ ਤੋਂ ਬਿਲੋਂਗ ਕਰਦਾ। ਮੈਂ ਹਰਿਆਣਵੀ ਵੀ ਗਾਇਆ, ਮੈਂ ਰਮਾਇਣ ਵੀ ਗਾਈ ਹੈ, ਕੋਈ ਫਨ ਛੱਡਿਆ ਨਹੀਂ। ਦੇਵ ਸਾਹਿਬ ਜੀ ਨੂੰ ਮੈਂ ਮਿਲਿਆ, ਇਹਨਾਂ ਦਾ ਗੀਤ ਰਿਕਾਰਡ ਮੈਂ ਕਰਾ ਲਿਆ। ਜਾਵੇਂ ਗਰਕ ਮੁਗਲ ਸਰਕਾਰੇ ਨਹੀਂ ਰੁੱਖਾਂ ਦੇ ਪਰਿੰਦੇ ਬੋਲ ਕਰ ਲਿਆ ਰਿਕਾਰਡ। ਮੈਂ ਡਰਦਾ ਸੀ, ਮੈਂ ਕਿਹਾ ਨੂਰੁੱਲਾ ਸਾਹਿਬ ਵੀ, ਮੈਂ ਤਾਂ ਉਹਨਾਂ ਨੂੰ ਮਿਲਿਆ ਨਹੀਂ ਤੇ ਉਹ ਇਤਰਾਜ਼ ਨਹੀਂ ਕਰਨਗੇ। ਕਹਿੰਦਾ ਕੁਛ ਨਹੀਂ ਕਰਦੇ। ਮੈਂ 3 ਗੀਤ ਉਹਨਾਂ 'ਤੇ ਰਿਕਾਰਡ ਕਰਾਤੇ ਤੇ ਮੈਂ ਉਹਨਾਂ ਨੂੰ ਇੱਥੇ ਮਿਲਿਆ ਆ ਕੇ। ਉਹਨਾਂ ਮੈਨੂੰ ਜੱਫੀ ਪਾ ਲਈ, ਕਹਿੰਦੇ ਵੀ ਬੇਟੇ ਬਹੁਤ ਅੱਛੇ ਛੋਟੇ ਭਾਈ, ਕੋਈ ਗੱਲ ਨਹੀਂ, ਕਿਤਾਬ 'ਚੋਂ ਜਿਹੜਾ ਗੀਤ ਰਿਕਾਰਡ ਨਹੀਂ ਹੋਇਆ ਉਹ ਤੂੰ ਕਦੇ ਵੀ ਕਰਵਾ ਸਕਦਾ। ਅੱਛਾ, ਦੂਜਾ ਮੇਰਾ ਮੈਸੇਜ ਹੈ ਭਾਜੀ, ਮੈਂ ਨਾਲ ਰੂਬਰੂ ਨਹੀਂ ਹੋਇਆ, ਅੱਜ ਸਾਡੀ ਆਰਟਿਸਟਾਂ ਦੀ ਹਾਲਤ ਇੰਨੀ ਮਾੜੀ ਹੈ, ਕੋਈ ਮੀਡੀਆ, ਕੋਈ ਚੈਨਲ, ਕੋਈ ਅਖਬਾਰ, ਗੌਰਮੈਂਟ ਕੁਝ ਵੀ ਹੈ ਨਹੀਂ, ਮਰ ਗਏ ਸਾਡੇ ਵਾਸਤੇ। ਇਹਨਾਂ ਨੇ ਸਾਨੂੰ ਮਾਰ ਦਿੱਤਾ। ਅਸੀਂ ਲੋਕਾਂ ਦੀ ਖੁਸ਼ੀ ਮੰਨਣ ਵਾਲੇ, ਲੋਕਾਂ ਦੀਆਂ ਖੁਸ਼ੀਆਂ 'ਚ ਜਾ ਕੇ ਗੀਤ ਗਾਉਣ ਵਾਲੇ, ਸਾਡੀ ਉਹ ਹਾਲਤ ਹੋ ਗਈ ਆ। ਸਾਡਾ 3000 ਆਰਟਿਸਟ ਤੇ ਖੁਦਕਸ਼ੀ ਕਰ ਚੁੱਕੇ ਆ। 2 ਸਾਲ ਹੋ ਗਏ ਸਾਡੇ ਪ੍ਰੋਗਰਾਮ ਖਤਮ ਹੈ, ਸਾਡੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਔਰ ਅਸੀਂ ਕਹਿੰਦੇ ਮਦਦ ਨਹੀਂ ਕਰਨੀ, ਸਾਡੇ ਪ੍ਰੋਗਰਾਮ ਹੀ ਚੱਲਣ ਦਿਓ, ਕਿਉਂਕਿ ਸਾਡੀ ਰੋਜ਼ੀ ਰੋਟੀ ਇਹੀ ਹੈ। ਮੈਂ ਖੁਦ MA ਮਿਊਜ਼ਿਕ ਦੀ 50 ਕੈਸਟਾਂ ਮੈਂ ਮਿਊਜ਼ਿਕ ਵੀ ਦਿੱਤਾ, ਗਾਇਆ ਵੀ 70 ਕੈਸਟਾਂ ਆਈਆਂ ਮੇਰੀਆਂ। ਰੇਡੀਓ ਦਾ ਪੁਰਾਣਾ ਆਰਟਿਸਟ ਮੈਂ, ਇਹਨਾਂ ਦਾ ਗੀਤ ਸੀ ਇੱਕ ਕਦੇ ਚੱਲਦਾ ਹੁੰਦਾ, ਸਾਡੀ ਜ਼ਿੰਦੜੀ ਬਣਾ ਦਿੱਤੀ ਵੈਰ ਨੇ ਨਹੀਂ ਰੋਹੀ ਦੇ ਕਰੀਰ ਵਰਗੀ, ਰੂਹ ਡੋਲਦੀ ਹਮੇਸ਼ਾ ਰਹਿੰਦੀ, ਰੁੱਖਾਂ ਤੇ ਟੰਗੀ ਲੀਰ ਵਰਗੀ। ਨਾ ਉਹ ਹੁਣ ਸ਼ਬਦ ਮਿਲਦੇ ਆ, ਨਾ ਐਸੇ ਗੀਤਕਾਰ ਹੈ ਵੀ ਲੋਕਾਂ ਤੱਕ, ਸਰਕਾਰ ਤੱਕ। ਦੂਜੀ ਗੱਲ, ਇਹ ਸਭ ਤੋਂ ਦੁੱਖ ਦੀ ਗੱਲ, ਸਾਡੇ 3 ਮੈਂਬਰ ਪਾਰਲੀਮੈਂਟ ਔਰ ਤਿੰਨੇ ਹੀ ਪੰਜਾਬ ਦੇ, ਭਗਵੰਤ ਮਾਨ ਉਹ ਸਾਡੇ ਨਾਲ ਸਟੇਜਾਂ 'ਤੇ ਕੰਮ ਕਰਦਾ ਸੀ, ਸਦੀਕ ਸਾਹਿਬ ਵੀ ਛੋਟੀਆਂ ਸਟੇਜਾਂ ਤੋਂ ਹੀ ਗਏ, ਹੀ ਇਜ਼ ਆਲਸੋ ਮੈਂਬਰ ਪਾਰਲੀਮੈਂਟ, ਹੰਸਰਾਜ ਉਹ ਵੀ ਆਰਟਿਸਟ ਛੋਟੀਆਂ ਸਟੇਜਾਂ ਤੋਂ ਗਏ। ਪਰ ਇਹ 3 ਬੰਦੇ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਕਿਸੇ ਨੇ ਉੱਥੇ ਹਾਦਾ ਨਹੀਂ ਮਾਰਿਆ ਨਾਰਾ ਕਿ ਅਸੀਂ ਕਲਾਕਾਰ ਲੋਕਾਂ ਦੀ ਖੁਸ਼ੀ ਮੰਗਣ ਵਾਲੇ, ਲੋਕਾਂ ਨੂੰ ਖੁਸ਼ ਕਰਨ ਵਾਲੇ, ਆਪਣੇ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਲੇ। ਅੱਜ ਸਾਡੀ ਬੀਬਾ ਹਾਲਤ ਇਹ ਹੋ ਗਈ ਹੈ, 32-3300 ਕਲਾਕਾਰ ਸਾਡੇ ਖੁਦਕਸ਼ੀ ਕਰ ਚੁੱਕੇ। ਕਲਾਕਾਰ ਤਾਂ ਗਾ ਹੀ ਸਕਦਾ ਜਾਂ ਸੰਗੀਤ ਦਾ ਕੰਮ ਕਰ ਸਕਦਾ, ਉਹ ਲੇਬਰ ਤਾਂ ਕਰ ਨਹੀਂ ਸਕਦਾ। ਤੇ ਉਹਨਾਂ ਦੇ ਹਾਲਾਤ ਇੱਦਾਂ ਵੱਧ ਤੋਂ ਬਦਤਰ ਹੋ ਗਏ ਆ ਵੀ ਜਾਂ ਤਾਂ ਖੁਦਕਸ਼ੀ ਕਰਕੇ ਜਾਂ ਗਰੀਬੀ ਨਾਲ ਮਰ ਗਏ। ਇਹ ਸਾਡੀ ਆਵਾਜ਼ ਤੁਸੀਂ ਸਰਕਾਰੇ ਦੁਆਰੇ ਪਹੁੰਚਾਉਣ ਦੀ ਕਿਰਪਾਲਤਾ ਕਰੋ, ਤੁਹਾਡੀ ਬੜੀ। ਮੇਰਾ ਨਾਮ ਸੁਲੱਖਣ ਸਿੰਘ ਨਰਾਲਾ। ਬੜੇ ਗੀਤ ਮੇਰੇ ਆਏ ਸੀ, ਜੀਤਾਂ ਪੀਲਾ ਪਾਣੀ ਵਾਰ ਕੇ,
ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਹੁਣੇ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਕੋੜੀ ਅੱਜ ਵੀ ਚੱਲ ਰਿਹਾ। ਸਾਡੀ ਜ਼ਿੰਦਗੀ ਬਣਾ ਦਿੱਤੀ ਵੈਰ ਨੇ। ਦੇਵ ਸਾਹਿਬ ਦਾ ਗੀਤ ਸਾਡੀ ਜ਼ਿੰਦਗੀ ਬਣਾ ਦਿੱਤੀ ਵੈਰ ਨੇ। ਰੋਹੀ ਦੇ ਕਰੀਰ ਵਰਗੀ, ਨਾ ਹੁਣ ਕਿਸੇ ਨੂੰ ਰੋਹੀ ਦਾ ਪਤਾ ਨਾ ਕਰੀਰ। ਰੂਹ ਡੋਲਦੀ ਹਮੇਸ਼ਾ ਰਹਿੰਦੀ, ਰੁੱਖਾਂ ਤੇ ਟੰਗੀ ਲੀਰ ਵਰਗੀ। ਇਹ ਚੀਜ਼ਾਂ ਲੋਪ ਹੋ ਗਈਆਂ। ਮਾਨ ਸਾਹਿਬ ਦਾ ਗੀਤ ਇੱਕ ਸੀ, ਬੱਲੇ ਬੱਲੇ ਗੋਰੀਏ ਨੀ ਛੁੱਟੀ ਕੱਟ ਕੇ ਸਿਪਾਹੀ ਤੁਰ ਚੱਲੇ। ਬਾਹਰਲੇ ਮੁਲਕਾਂ 'ਚ ਮੈਂ ਗਿਆ, ਉੱਥੇ ਭਗਵੰਤ ਮਾਨ ਦਾ ਗੀਤ ਲੋਕੀ 4-4 ਵਾਰੀ ਸੁਣਦੇ ਸੀ। ਸ਼ਹਿਰ ਵਾਲੀਏ ਨੀ ਪਿੰਡ ਆ ਕੇ ਵੇਖ ਲੈ, ਸਾਡੇ ਪਿੰਡਾਂ ਦੀ ਖੁਰਾਕ ਜਰਾ ਖਾ ਕੇ ਵੇਖ ਲੈ, ਸਾਡੇ ਖੇਤਾਂ ਦੀਆਂ ਫਸਲਾਂ ਤੇ ਡੁੱਲ ਜਾਏਗੀ, ਨਹੀਂ ਸਾਡੇ ਪਿੰਡ ਦੀ ਲੱਸੀ ਦਾ ਘੁੱਟ ਪੀ ਕੇ ਲਿਮਕੇ ਨੂੰ ਭੁੱਲ ਜਾਏ। ਐਸਾ ਸੀ। ਤੋ ਵਕਤ ਦੀ ਗੱਲ ਹੈ, ਪਰ ਤੁਹਾਨੂੰ ਬੇਨਤੀ ਹੈ ਵੀ ਇਹ ਲੋਕਾਂ ਤੱਕ ਆਵਾਜ਼ ਪਹੁੰਚਾਏ। ਬਹੁਤ ਬਹੁਤ ਧੰਨਵਾਦ ਹੈ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਪ੍ਰੈਸ ਨੂੰ ਵੀ ਕਿ ਕਿਤੇ ਇਸ ਤਰ੍ਹਾਂ ਦਾ ਬੀੜਾ ਚੁੱਕੋ, ਪੰਜਾਬ ਦੇ ਵਿੱਚ ਘੁੰਮੋ, ਇਹਨਾਂ ਲੋਕਾਂ ਦੀਆਂ ਐਵੇਂ ਦੀਆਂ ਗੱਲਾਂ ਜਿਹੜੀਆਂ ਨੇ ਲੈ ਕੇ ਉਹਨੂੰ ਸਰਕਾਰ ਤੱਕ ਪਹੁੰਚਾਓ, ਜੇ ਕਿਤੇ ਸਰਕਾਰ ਦੇ ਕੰਨਾਂ ਤੇ ਜੂੰ ਸਰਕ ਜੇ। ਇਹੀ ਕਹਿਣਾ ਚਾਹੁੰਦਾ ਮੈਂ। ਜਿਸ ਦਿਨ ਕਲਾਕਾਰ ਮਰ ਗਏ ਉਸ ਦਿਨ ਪੰਜਾਬ ਖਤਮ ਹੋ ਜਾਊਗਾ। ਇਹ ਕਲਾਕਾਰਾਂ ਦੇ ਸਿਰ ਤੇ ਜਿਉ ਰਿਹਾ। ਆ ਐਜੀਟੇਸ਼ਨ ਹੋਇਆ ਕਿਸਾਨਾਂ ਦਾ, ਔਰ ਉਹਦੇ ਵਿੱਚ ਜੋ ਕਲਾਕਾਰਾਂ ਨੇ ਯੋਗਦਾਨ ਪਾਇਆ, ਇੱਕ ਨੇ ਵੀ ਨਹੀਂ ਪਾਇਆ ਹੈ। ਪਰ ਨਾ ਕੋਈ ਵੀ ਨਹੀਂ ਪੁੱਛ ਰਿਹਾ ਕਿ ਕਲਾਕਾਰ ਹੈ ਕੀ ਚੀਜ਼। ਯਾਰੋ ਕਲਮ ਬਖਸ਼ੀ ਹੈ ਰੱਬ ਨੇ ਇਹਨਾਂ ਨੂੰ ਆਵਾਜ਼ ਬਖਸ਼ੀ ਹੈ, ਪਰ ਨਾ ਇਹਨਾਂ ਦੀ ਕੋਈ ਨਹੀਂ ਸੁਣ ਰਿਹਾ। ਇਹ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਅੱਜ ਮਰ ਰਹੇ ਨੇ। ਅੱਜ ਇਹਨਾਂ ਦੇ ਹਾਲਾਤ ਬਹੁਤ ਹੀ ਖਤਰਨਾਕ ਮੋੜ ਤੇ ਪਹੁੰਚੇ ਹੋਏ ਨੇ। ਕੋਈ ਦਿਹਾੜੀ ਕਰ ਰਿਹਾ, ਕੋਈ ਕਲੀ ਕਰ ਰਿਹਾ, ਕੋਈ ਛੋਟੇ ਛੋਟੇ ਕਿੱਤੇ ਕਰ ਰਿਹਾ, ਜਿਨ੍ਹਾਂ ਦਾ ਕੁਛ ਨਹੀਂ ਹੈਗਾ ਪਿੱਛੇ। ਬਹੁਤ ਬੁਰੀ ਹਾਲਤ ਹੈ। ਇੱਕ ਗੱਲ ਹੋਰ ਐਡ ਕਰ ਲਿਓ, ਮੈਂ 84 ਚ ਹਰਿਆਣੇ ਤੋਂ ਆਇਆ। 84 ਚ ਕਤਲੇਆਮ ਚ ਰਵਾੜੀ ਸੀ। ਆਈ ਵਾਜ਼ ਇਨ MIT ਡਿਪਾਰਟਮੈਂਟ ਐਜ ਏ ਡਰਾਫਟਸਮੈਨ। ਉਹ ਹਾਲਾਤ ਜੋ ਬਣੇ, ਮੈਂ ਆਪਣੀ ਜਾਨ ਜੋ ਬਚਾ ਕੇ ਇੱਥੇ ਪਹੁੰਚਿਆ। ਜਾਂ ਤਾਂ ਮੈਂ ਜਾਣਦਾ ਜਾਂ ਵਾਹਿਗੁਰੂ ਜਾਣਦਾ ਆ ਦਸਤਾਰ ਬਚਾਉਣ ਵਾਸਤੇ। ਪਰ ਸਾਡੀਆਂ ਇੰਨੀਆਂ ਸੰਸਥਾਵਾਂ ਬੜੀਆਂ ਨੇ, ਕਿਸੇ ਨੇ ਬਾਂਹ ਨਹੀਂ ਫੜੀ। ਔਰ ਸਭ ਤੋਂ ਜ਼ਿਆਦਾ ਸਿੱਖ ਇਤਿਹਾਸ ਮੈਂ ਸਮਝਦਾ 70 ਕੈਸਟਾਂ। ਇੰਨਾ ਸਿੱਖ ਇਤਿਹਾਸ ਗਾਇਆ, ਹੁਣ ਤਾਂ ਮੈਨੂੰ ਭੁੱਲ ਗਿਆ ਵੀ ਮੈਂ ਕੀ ਗਾਇਆ। ਇਸ ਕਰਕੇ ਇਹ ਕੁਝ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ, ਕਿਉਂਕਿ ਦੇਵ ਸਾਹਿਬ ਨੇ ਧਾਰਮਿਕ ਗੀਤ ਇਹਨੇ ਲਿਖਿਆ। ਮਾਨਕ ਸਾਹਿਬ ਦੀ ਕਾਮਯਾਬੀ ਦੇ ਵਿੱਚ ਧਾਰਮਿਕ ਗੀਤਾਂ ਦਾ ਵੀ ਹੱਥ ਸੀ। ਉਹ ਇਹ ਜ਼ਿਕਰ ਨਹੀਂ ਇਹਨਾਂ ਨੇ ਅੰਦਰ ਕੀਤਾ, ਲੇਕਿਨ ਮੈਂ ਦੱਸਦਾ, ਤਿੱਖਾ ਚੱਲਦਾ ਏ ਸੀਸ ਉੱਤੇ ਯਾਰਾ, ਮੁੱਖੋਂ ਸਤਨਾਮ ਬੋਲਦਾ, ਭਾਈ ਮਤੀ ਦਾਸ ਗੁਰੂ ਦਾ ਪਿਆਰਾ। ਫਿਰ ਬੰਦਾ ਸਿੰਘ ਬਹਾਦਰ ਦੀ ਵਾਰ ਲੈ ਕੇ ਕਲਗੀਧਰ ਤੋਂ ਥਾਪਣਾ ਦਿੱਤਾ ਚਰਨੀ ਸੀਸਨਵਾ। ਇਹ ਮਾਨਕ ਸਾਹਿਬ ਦੇ ਪ੍ਰੋਗਰਾਮ ਦਾ ਆਗਾਜ਼ ਸੀ। ਸਿੰਘ ਸੂਰਮਾ ਸੀਸ ਤਲੀ ਤੇ ਤੋਲੀ ਜਾਂਦਾ। LP ਰਿਕਾਰਡ ਸੀ, ਔਰ ਇੰਨਾ ਵਿਕਿਆ ਮਾਨਕ ਸਾਹਿਬ ਦਾ, ਉਹ ਦੂਜੇ ਗੀਤਾਂ ਤੋਂ ਵੱਧ ਵਿਕਿਆ। ਪਰ ਜ਼ਿਕਰ ਨਹੀਂ ਕਰਦੇ, ਕਿਉਂਕਿ ਸਾਡੀ ਜਿਹੜੀ ਮਾਨਸਿਕਤਾ ਸਾਡੀ ਤੇ ਗੁਰੂ ਨਾਲ ਜੁੜੀ ਹੈ ਨਾ ਮਾਨਸਿਕਤਾ। ਅਸੀਂ ਕੁਝ ਵੀ ਗਾ ਲਈਏ, ਜਦੋਂ ਤੱਕ ਅਸੀਂ ਆਪਣੇ ਇਤਿਹਾਸ ਦੀ ਜਾਂ ਆਪਣੇ ਗੁਰੂ ਦੀ ਗੱਲ ਨਹੀਂ ਕਰਾਂਗੇ, ਅਸੀਂ ਕਦੇ ਸੰਤੁਸ਼ਟ ਨਹੀਂ। ਬਿਲਕੁਲ ਸਾਡਾ ਮਨ ਜਿਹੜਾ ਕਦੇ ਸੰਤੁਸ਼ਟ ਨਹੀਂ ਹੁੰਦਾ। ਜਿੱਥੇ ਬਿੱਟੂ ਖੰਨਾ ਵਾਲੇ ਜੀ ਸਾਡੇ ਨਾਲ ਸੀਗੇ, ਸੁਲੱਖਣ ਜੀ ਸਾਡੇ ਨਾਲ ਸੀਗੇ, ਉਹਨਾਂ ਨੇ ਜਿੱਥੇ ਦੇਵ ਤਰੀਕੇ ਵਾਲੇ ਜੀ ਨੂੰ ਯਾਦ ਕੀਤਾ ਔਰ ਉਹਨਾਂ ਦੇ ਨਾਲ ਬਿਤਾਏ ਪਲਾਂ ਨੂੰ ਸਾਡੇ ਨਾਲ ਸਾਂਝਾ ਕੀਤਾ, ਔਰ ਉਸ ਤੋਂ ਬਾਅਦ ਆਪਣਾ ਦੁੱਖ ਵੀ ਕਿਤੇ ਨਾ ਕਿਤੇ ਦੱਸਿਆ। ਉਮੀਦ ਹੈ ਕਿ ਕਲਾ ਔਰ ਗਾਇਕੀ ਅਮਰ ਰਹੇਗੀ, ਔਰ ਇਸੇ ਤਰ੍ਹਾਂ ਇਸ ਦਾ ਮਿਆਰ ਜਿਹੜਾ ਹੈ ਉਹ ਨੀਵਾਂ ਕਦੇ ਨਹੀਂ ਜਾਏਗਾ। ਸੋ ਤੁਸੀਂ ਸਪੋਰਟ ਕਰਦੇ ਰਹੋ, ਵੇਖਦੇ ਰਹੋ ਸਿਨੇ ਪੰਜਾਬੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।